ਪਛਾਨੇ ਸਿੱਖੀ ਈ ਪੰਜ ਹਰਫ ਅਸਤ ਕਾਫ। ਹਰਗਈ ਨਾ ਬਾਸ ਦੋ ਅਜੀ ਪੰਜ ਮੁਆਫ। ਕੜਾ ਕਾਰ ਦੋ ਕੱਛ ਕੰਘੇ ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾਨ। ਸੱਚੇ ਪਾਤਸ਼ਾਹ ਮਹਾਰਾਜ ਨੇ ਪੰਜਾਂ ਕਕਾਰਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਕੇਸ ਮਹਾਰਾਜ ਨੇ ਕਕਾਰ ਕਹੇ ਨੇ। ਕੇਸਾਂ ਦੇ ਸਤਿਕਾਰ ਵਾਸਤੇ ਦੂਰੀ ਦਸਤਾਰ ਕੇਸਾਂ ਦੇ ਉੱਪਰੋਂ ਦੀ ਸਜਾ ਕਰਕੇ ਰੱਖਣੀ। ਨੰਗੇ ਕੇਸੀ ਕਿਸੇ ਪ੍ਰਕਾਰ ਦਾ ਵੀ ਵਿਹਾਰ ਨਹੀਂ ਕਰਨਾ। ਚੁੰਮੜੇ ਦਾ ਕੋਈ ਜੋੜਾ ਆਦਿਕ ਨਹੀਂ ਪਾਉਣਾ। ਨੰਗੇ ਕੇਸੀ ਸਤ ਸੰਗਤ ਜੀ ਕੋ ਗੱਲਾਂ ਬਾਤਾਂ ਕਰਨੀਆਂ, ਕੋ ਖਾਣਾ ਪੀਣਾ ਆਦਿਕ ਬਿਲਕੁਲ ਮਨਾਹੀ ਹੈ। ਕੋਈ ਬਾਜ਼ਾਰਾਂ ਆਦਿਕ ਵਿੱਚ ਤੁਰੇ ਫਿਰਨਾ ਬਿਲਕੁਲ ਮਨਾਹੀ ਹੈ। ਜਦੋਂ ਵੀ ਤੁਸੀਂ ਕੁਝ ਛਕਣਾ, ਕੇਸ ਚੰਗੀ ਤਰ੍ਹਾਂ ਬੰਨ੍ਹ ਕੇ ਦਸਤਾਰ ਸਜਾ ਕਰਕੇ ਫਿਰ ਹੀ ਕੁਝ ਛਕਣਾ ਹੈ। ਬਾਹਰ ਜਾਣਾ ਹੈ ਨੰਗੇ ਕੇਸੀ, ਕਿਤੇ ਬਾਹਰ ਤੁਰ ਕਰਕੇ ਆਪਣੇ ਕੇਸ ਜਿਹੜੇ ਆ ਉੱਥੇ ਜਾ ਕਰਕੇ ਹਰੇ ਨਹੀਂ ਕਰਨੇ। ਗਿੱਲੇ ਹੋਏ ਕੇਸਾਂ ਨੂੰ ਸੁਕਾਉਣਾ ਨਹੀਂ ਕਦੇ ਕਹਿਣਾ। ਜੇ ਗਿੱਲੇ ਹੋਏ ਕੇਸ ਤੁਸੀਂ ਇਸ ਪ੍ਰਕਾਰ ਧੁੱਪ ਲਵਾ ਰਹੇ ਹੋ, ਜੇ ਪੁੱਛੇ ਕੋਈ ਤਾਂ ਕਹਿਣਾ ਭਾਈ ਮੈਂ ਕੇਸ ਹਰੇ ਕਰ ਰਿਹਾ। ਕੇਸਾਂ ਨੂੰ ਸੁਕਾਉਣੇ ਨਹੀਂ ਕਹਿਣਾ, ਗੁਰੂ ਸਾਹਿਬ ਦੀ ਮੋਹਰ ਹੈ। ਅਦਬ ਕਰਨਾ, ਸਤਿਕਾਰ ਕਰਨਾ। ਹਫ਼ਤੇ ਵਿੱਚ 2 ਵਾਰ ਹੋ ਸਕੇ ਤਾਂ ਕੇਸੀ ਇਸ਼ਨਾਨ ਕਰਨਾ। ਜੇ 2 ਵਾਰ ਨਾ ਹੋ ਸਕੇ ਤਾਂ 1 ਵਾਰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਕੇਸ ਗੁਰੂ ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਕਕਾਰ ਗੁਰੂ ਕੀ ਮੋਹਰ ਹਨ। ਇਹਨਾਂ ਦਾ ਸਦਾ ਵਾਸਤੇ ਅਦਬ ਤੇ ਸਤਿਕਾਰ ਕਰਨਾ। ਦੂਸਰਾ ਕਕਾਰ ਹੈ ਕੰਘਾ। ਲੱਕੜ ਦਾ ਕੰਘਾ ਕੇਸਾਂ ਵਿੱਚ ਸਜਾ ਕਰਕੇ ਰੱਖਣਾ। ਹੋਰ ਕੋਈ ਪਲਾਸਟਿਕ ਦਾ ਜਾਂ ਕੰਘੀ ਆਦਿਕ ਦੀ ਵਰਤੋਂ ਨਹੀਂ ਕਰਨੀ। ਲੱਕੜ ਦਾ ਕੰਘਾ ਕੇਸਾਂ ਵਿੱਚ ਰੱਖਣਾ। ਤੇ ਜਦੋਂ ਕਿਤੇ ਕੇਸੀ ਕੰਘਾ ਕਰਦਿਆਂ ਹੋਇਆਂ ਜੇ ਕੰਘੇ ਦਾ ਦੰਦਾ ਟੁੱਟ ਜਾਵੇ ਤਾਂ ਟੁੱਟੇ ਦੰਦੇ ਵਾਲਾ ਕੰਘਾ ਹੀ ਨਹੀਂ ਵਰਤੀ ਜਾਣਾ। ਉਸ ਨੂੰ ਉਸੇ ਸਮੇਂ ਹੀ ਸਤ ਸੰਗਤ ਜੀ ਨਵਾਂ ਕੰਘਾ ਸਾਬਤ ਦੰਦਿਆਂ ਵਾਲਾ ਧਾਰਨ ਕਰਨਾ। ਜਿਹੜੇ ਬਾਣੀ ਪੜ੍ਹਨਾ ਜਾਣਦੇ ਹੋਣ ਉਹ ਜਪਜੀ ਸਾਹਿਬ ਦਾ ਪਾਠ ਕਰ ਲੈਣ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ 15-20 ਮਿੰਟ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਜਾਪ ਕਰ ਲੈਣ। ਇਸ ਪ੍ਰਕਾਰ ਟੁੱਟੇ ਹੋਏ ਦੰਦੇ ਵਾਲਾ ਕੰਘਾ ਨਹੀਂ ਵਰਤਣਾ। ਜਦੋਂ ਅਚਨਚੇਤ ਦੰਦਾ ਟੁੱਟ ਜਾਵੇ ਤਾਂ ਸਾਬਤ ਕੰਘਾ ਧਾਰਨ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਮਾਫੀ ਮੰਗਣੀ। 2 ਵਕਤ ਆਪਣੇ ਕੇਸਾਂ ਵਿੱਚ ਕੰਘਾ ਕਰਨਾ, ਸਵੇਰੇ ਅਤੇ ਸ਼ਾਮ। ਮੁਰਦਾ ਹੋਏ ਕੇਸ ਜਿਹੜੇ ਕੰਘੇ ਦੇ ਨਾਲ ਨਿਕਲ ਆਉਂਦੇ ਨੇ ਉਹਨਾਂ ਨੂੰ ਗੰਦੀ ਮੰਦੀ ਜਗ੍ਹਾ ਤੇ ਨਹੀਂ ਸੁੱਟਣਾ। ਸਾਫ਼ ਜੀ ਘਰ ਦੇ ਵਿੱਚ ਕੱਪੜੇ ਦੀ ਗੁਥਲੀ ਬਣਾ ਕਰਕੇ ਉਹਦੇ ਵਿੱਚ ਇਕੱਤਰ ਕਰ ਲੈਣੇ ਚਾਹੀਦੇ ਆ। ਜਦੋਂ ਜ਼ਿਆਦਾ ਇਕੱਤਰ ਹੋ ਜਾਣ ਤਾਂ ਲੱਕੜਾਂ ਦੀ ਅੱਗ ਤੇ ਸੰਸਕਾਰ ਕਰ ਦੇਣਾ ਚਾਹੀਦਾ ਹੈ। ਸਾਬਤ ਸੂਰਤ ਸਿੱਧਾ ਦਾੜਾ ਕਾਠ ਕਾ ਕੰਘਾ ਕੇਸੀ ਚਾੜਾ। ਸਦਾ ਵਾਸਤੇ 2 ਵਕਤ ਆਪਣੇ ਕੇਸਾਂ ਵਿੱਚ ਕੰਘਾ ਜ਼ਰੂਰ ਕਰਨਾ, ਸਵੇਰੇ ਤੇ ਸ਼ਾਮ। ਕੇਸਾਂ ਵਿੱਚ ਬਿਜਲੀ ਨੂੰ ਸ਼ਾਂਤ ਰੱਖਦਾ ਹੈ। ਕੰਘਾ ਕਰਨ ਦੇ ਨਾਲ ਜਿੰਨੀ ਤਰੋ ਤਾਜ਼ਗੀ ਆਉਂਦੀ ਹੈ ਸਤ ਸੰਗਤ ਜੀ, ਇਸ਼ਨਾਨ ਦੇ ਬਰਾਬਰ ਸਰੀਰ ਨੂੰ ਤਰੋ ਤਾਜ਼ਗੀ ਬਖਸ਼ਿਸ਼ ਕਰਦਾ ਹੈ। 2 ਵਕਤ ਦਮਾਲਾ ਸਜਾਉਣਾ, ਦਸਤਾਰ ਸਜਾਉਣੀ। ਤੇ ਜਦੋਂ ਦਸਤਾਰ ਸਜਾਉਣੀ ਚਿਣ ਕਰਕੇ ਦਸਤਾਰ ਸਤ ਸੰਗਤ ਜੀ ਬੰਨਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਾਗ ਚੁਨੀ ਕਰ ਬੰਦਈ ਦਾਤਨ ਨੀਤ ਕਰਿਆ ਨਾ ਦੁੱਖ ਪਾਵੈ ਲਾਲ ਜੀ। ਟੋਪੀ ਦੀ ਸ਼ਕਲ ਬਣਾ ਕਰਕੇ ਪੱਗ ਲਾਉਣੀ ਤੇ ਪਾਉਣੀ ਬਿਲਕੁਲ ਮਨਾ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਸਿੱਖ ਹੋਏ ਸਿਰ ਟੋਪੀ ਧਰੈ 7 ਜਨਮ ਕੁਸ਼ਤੀ ਹੋਏ ਮਰੈ। ਇਹਦਾ ਕਰਮ ਕਰਨਾ ਤੇ ਬੜਾ ਸੌਖਾ ਹੈ, ਪਰ ਇਹਦਾ ਫਲ ਭੁਗਤਣਾ ਬੜਾ ਔਖਾ ਹੈ। ਇਸ ਕਰਕੇ ਟੋਪੀ ਦੀ ਸ਼ਕਲ ਬਣਾ ਕਰਕੇ ਪੱਗ ਨਾ ਲਾਉਣੀ ਤੇ ਨਾ ਸਰੀਰ ਤੇ ਧਰਨੀ, ਸੀਸ ਤੇ ਧਰਨੀ। ਇਸ ਪ੍ਰਕਾਰ ਕੱਲਾ ਕੱਲਾ ਪੇਚ ਕਰਕੇ ਦਸਤਾਰ ਨੂੰ ਉਤਾਰਨਾ ਤੇ ਕੱਲਾ ਕੱਲਾ ਪੇਚ ਕਰਕੇ ਦਸਤਾਰ ਬੰਨ੍ਹਣੀ। ਇਸ ਪ੍ਰਕਾਰ ਸਾਧ ਸੰਗਤ ਜੀ ਕੰਘਾ ਦੂਸਰਾ ਕਕਾਰ ਸਦਾ ਵਾਸਤੇ ਆਪਣੇ ਕੇਸਾਂ ਵਿੱਚ ਸਜਾ ਕਰਕੇ ਰੱਖਣਾ। ਜੇ ਕਿਸੇ ਦੇ ਸਿਰ ਤੇ ਕੇਸ ਘੱਟ ਹੋਣ ਤਾਂ ਆਪਣੇ ਗਾਤਰੇ ਨਾਲ ਕੰਘਾ ਇੱਕ ਜ਼ਰੂਰ ਵਾਧੂ ਬੰਨ੍ਹ ਕਰਕੇ ਰੱਖਣਾ, ਪਰ ਕੇਸਾਂ ਵਿੱਚ ਦਸਤਾਰ ਵਿੱਚ ਫਿਰ ਵੀ ਕੰਘਾ ਜ਼ਰੂਰ ਰੱਖਣਾ ਨਾਲ। ਤੇ ਸਾਧ ਸੰਗਤ ਜੀ ਤੀਸਰਾ ਕਕਾਰ ਹੈ ਕੜਾ। ਸਰਬਲੋਹ ਦਾ ਕੜਾ ਸੱਜੇ ਹੱਥ ਵਿੱਚ ਧਾਰਨ ਕਰਕੇ ਰੱਖਣਾ। ਜੰਗ ਵਿੱਚ ਵੱਜੇ ਹੋਏ ਕਿਰਪਾਨ ਦੇ ਵਾਰ ਨੂੰ ਰੋਕਦਾ ਹੈ। ਸਦਾ ਹੀ ਗੁਰੂ ਸਾਹਿਬ ਦੀ ਯਾਦ ਦਿਵਾਉਂਦਾ ਹੈ ਕਿ ਇਹਨਾਂ ਹੱਥਾਂ ਨਾਲ ਕਦੇ ਬੁਰੇ ਕਰਮ ਨਹੀਂ ਕਰਨੇ, ਭਲੇ ਕਰਮ ਕਰਨੇ, ਪਰਉਪਕਾਰ ਦੇ ਕਰਮ ਕਰਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਬਖਸ਼ਿਆ ਹੋਇਆ ਸ਼ਹੀਦੀ ਗਾਨਾ ਹੈ, ਵਾਹਿਗੁਰੂ ਦਾ ਜਨਾਏ ਕਾਇਦਾ ਆਦ ਅੰਤ ਕੋਈ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਚੌਥਾ ਕਕਾਰ ਹੈ ਕਿਰਪਾਨ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਹੀ ਪਾਪ ਟਲ ਜਾਂਦੇ ਆ। ਆਉਣ ਵਾਲੇ ਸਮੇਂ ਵਿੱਚ ਔਗਣ ਵਿਘਨ ਜਿਹੜੇ ਆ ਸਤਿਗੁਰੂ ਦੇ ਸ਼ਸਤਰ ਧਾਰਨ ਕਰਨ ਦੇ ਨਾਲ ਦੂਰ ਹੋ ਜਾਂਦੇ ਆ। ਐਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਸਤਰਾਂ ਦੀ ਸ਼ਕਤੀ ਕਹਿੰਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਗਾਤਰੇ ਵਾਲੀ ਕਿਰਪਾਨ ਘੱਟ ਤੋਂ ਘੱਟ 9 ਇੰਚੀ ਹੋਵੇ, ਉੱਪਰੋਂ ਦੀ ਧਾਰਨ ਕਰਕੇ ਰੱਖਣੀ। ਡੋਰੀ ਵਾਲੀ ਕਿਰਪਾਨ ਕਦੇ ਨਹੀਂ ਪਹਿਨਣੀ। ਛੋਟਾ ਖੰਡਾ ਕਿਰਪਾਨ ਜੋ ਗਾਤਰੇ ਪਾਉਣਾ ਪੈਂਦਾ ਹੈ ਸਤ ਸੰਗਤ ਜੀ ਔਖੇ ਸਮੇਂ। ਇਸ ਪ੍ਰਕਾਰ ਉਹ ਛੋਟਾ ਖੰਡਾ ਕਿਰਪਾਨ ਜਿਹੜਾ ਤੁਸੀਂ ਗਲ ਵਿੱਚ ਪਾਉਂਦੇ ਹੋ ਉਹ ਤਾਂ ਇੱਕ ਸਤ ਸੰਗਤ ਜੀ ਬਨਾਵਟੀ ਤੌਰ ਤੇ ਆ, ਉਹ ਨਹੀਂ ਧਾਰਨ ਕਰਨਾ ਚਾਹੀਦਾ। ਜਦੋਂ ਜਿੱਥੇ ਸਾਨੂੰ ਕੋਈ ਔਕੜ ਬਣਦੀ ਹੈ, ਅਸੀਂ ਆਪਣਾ ਸ਼ਸਤਰ ਲੈ ਕਰਕੇ ਨਹੀਂ ਜਾ ਸਕਦੇ,
ਤਾਂ ਇਹ ਨਹੀਂ ਕਿ ਉੱਥੇ ਮਜਬੂਰੀ ਖਾਤਰ ਲਾਉਣਾ ਪਿਆ ਤੇ ਫਿਰ ਸਦਾ ਹੀ ਲਾ ਦੇਣਾ ਚਾਹੀਦਾ। ਨਹੀਂ, ਜਿੰਨਾ ਚਿਰ ਕਕਾਰ ਵਿਸਰਿਆ ਰਹੇ ਉਹਨਾਂ ਚਿਰ ਕੋਈ ਲੰਗਰ ਪ੍ਰਸ਼ਾਦ ਨਹੀਂ ਛਕੀਦਾ। ਤਾਂ ਜਿਹੜੇ ਬਾਣੀ ਪੜ੍ਹਨਾ ਜਾਣਦੇ ਆ ਉਹ ਬਾਣੀ ਪੜ੍ਹ ਕਰਕੇ ਅਰਦਾਸ ਕਰਕੇ ਕਕਾਰ ਧਾਰਨ ਕਰਕੇ ਫਿਰ ਕੁਝ ਛਕ ਸਕਦੇ ਆ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ ਜਾਪ ਕਰਕੇ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਇਸ ਪ੍ਰਕਾਰ ਫਿਰ ਕੁਝ ਛਕ ਸਕਦੇ ਹਨ। ਕਿਰਪਾਨ ਦੀ 2 ਜਗ੍ਹਾ ਤੇ ਵਰਤੋਂ ਕਰਨੀ, ਲੰਗਰ ਕੜਾਹ ਪ੍ਰਸ਼ਾਦ ਨੂੰ ਭੋਗ ਲਵਾਉਣ ਲੱਗਿਆਂ, ਦੂਸਰਾ ਜੰਗ ਵਿੱਚ ਜ਼ੁਲਮ ਦਾ ਨਾਸ਼ ਕਰਨ ਲੱਗਿਆਂ। ਹੋਰ ਕਿਰਪਾਨ ਦੇ ਨਾਲ ਕੇਲ ਆਦਿਕ ਠੋਕਣੇ, ਸਬਜ਼ੀਆਂ ਕੱਟਣੀਆਂ ਗੁਰੂ ਸਾਹਿਬ ਦੇ ਸ਼ਸਤਰ ਦੀ ਬੇਅਦਬੀ ਹੈ, ਕਦੇ ਵਾਸਤੇ ਨਹੀਂ ਇਸ ਪ੍ਰਕਾਰ ਦਾ ਕਾਰਜ ਕਰਨਾ। ਸਦਾ ਹੀ ਸ਼ਸਤਰ ਦਾ ਆਦਬ ਕਰਨਾ, ਸ਼ਸਤਰਾਂ ਦੇ ਉੱਪਰੋਂ ਦੀ ਟੱਪ ਕੇ ਨਹੀਂ ਲੰਘਣਾ, ਸ਼ਸਤਰਾਂ ਵੱਲ ਨੂੰ ਪੈਰ ਨਹੀਂ ਕਰਨਾ, ਸਰਾਣੇ ਵੱਲ ਉੱਚੀ ਜਗ੍ਹਾ ਤੇ ਘਰ ਵਿੱਚ ਸ਼ਸਤਰਾਂ ਨੂੰ ਰੱਖਣਾ, ਕਿਉਂਕਿ ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸ਼ਸਤਰਾਂ ਨੂੰ ਮਹਾਰਾਜ ਨੇ ਪੀਰ ਕਿਹਾ। ਸਾਡਾ ਇਤਿਹਾਸ ਦੱਸਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਸਤਰਾਂ ਤੇ ਆਪ ਚੌਰ ਕਰਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਸਤਰਾਂ ਦੇ ਉੱਤੇ ਆਪ ਚੌਰ ਕਰਿਆ ਕਰਦੇ। ਇਸ ਕਰਕੇ ਸ਼ਸਤਰਾਂ ਦਾ ਪੂਰਾ ਆਦਬ ਕਰਨਾ। 5ਵਾਂ ਕਕਾਰ ਹੈ ਕਛਹਿਰਾ ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰਾ। ਕਛਹਿਰਾ ਜੱਟ ਸਾਹਿਬ ਦੀ ਨਿਸ਼ਾਨੀ ਹੈ, ਜਿਉਂਦਿਆਂ ਮੋਇਆਂ ਦਾ ਪੜਦਾ ਏ। ਕਦੇ ਵੀ ਪਜਾਮੇ ਆਦਿਕ ਦਾ ਕੱਟ ਕੇ ਨਿੱਕਰ ਆਦਿਕ ਬਣਾ ਕਰਕੇ ਨਹੀਂ ਪਹਿਨਣੀ। ਰੇਬਦਾਰ ਕਛਹਿਰਾ ਸਾਰਿਆਂ ਨੇ ਪਹਿਨਣਾ। ਪਹਿਲਾ ਕਕਾਰ ਜੋ ਕੇਸ ਦੱਸੇ ਨੇ ਤੇ 5ਵਾਂ ਕਕਾਰ ਜੋ ਸਾਧ ਸੰਗਤ ਜੀ ਕਛਹਿਰਾ ਹੈ। ਜੋ ਕੇਸ ਕਕਾਰ ਹੈ ਇਹ ਤਾਂ ਸਾਧ ਸੰਗਤ ਜੀ ਜੇ ਕੇਸਾਂ ਦੀ ਬੇਅਦਬੀ ਹੋਵੇ ਤਾਂ ਬੱਜਰ ਕਰਾਇਆ ਤਾਂ ਦੁਬਾਰਾ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਪੈਂਦੀ ਹੈ। ਤੇ 5ਵਾਂ ਕਛਹਿਰਾ ਜੋ ਕਕਾਰ ਦੱਸਿਆ ਸਾਧ ਸੰਗਤ ਜੀ, ਜੇਕਰ ਅਚਨਚੇਤ ਕਛਹਿਰਾ ਵਿਸਰ ਜਾਵੇ ਤਾਂ ਵਿਸਰਨ ਦਾ ਕਾਰਨ 5 ਪਿਆਰਿਆਂ ਨੂੰ ਦੱਸਣਾ ਪੈਂਦਾ ਹੈ। ਦੱਸ ਕਰਕੇ ਸਾਧ ਸੰਗਤ ਜੀ ਸੁਧਾਈ ਕਰਾਉਣੀ ਪੈਂਦੀ ਹੈ। ਜਿਹੜੇ ਬਾਣੀ ਪੜ੍ਹਨਾ ਜਾਣਦੇ ਆ ਉਹਨਾਂ ਨੂੰ 5 ਪਾਠ ਜਪਜੀ ਸਾਹਿਬ ਦੇ ਜਿਹੜੇ ਤਨਖਾਹ ਵਜੋਂ ਲਾਏ ਜਾਂਦੇ ਆ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹਨਾਂ ਨੂੰ 1.25 ਘੰਟਾ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਜਾਪ ਲਾਇਆ ਜਾਂਦਾ। ਜੇ 5 ਪਿਆਰੇ ਸਿੰਘ ਸਾਹਿਬਾਨ ਨਜ਼ਦੀਕ ਪ੍ਰਾਪਤ ਨਾ ਹੋਣ ਤਾਂ ਤੁਸੀਂ ਇੰਨਾ ਨਿਤਨੇਮ ਇੰਨਾ ਜਾਪ ਕਰ ਲੈਣਾ। ਜਦੋਂ ਸਿੰਘ ਪ੍ਰਾਪਤ ਹੋ ਜਾਣ ਤਾਂ ਸਿੰਘਾਂ ਦੇ ਪੇਸ਼ ਹੋ ਕਰਕੇ ਅਰਦਾਸ ਜਿਹੜੀ ਆ ਆਪਣੀ ਜ਼ਰੂਰ ਕਰਵਾ ਲੈਣੀ ਕਿ ਮੇਰਾ ਇਸ ਕਾਰਨ ਕਰਕੇ ਕਛਹਿਰਾ ਵਿਸਰਿਆ ਸੀ, ਮੈਂ ਪਾਠ ਪੂਰੇ ਕਰ ਲਏ ਨੇ। ਫਿਰ ਉਸ ਸਮੇਂ ਫਿਰ ਅਰਦਾਸ ਕਰ ਦਿੱਤੀ ਜਾਂਦੀ ਹੈ। ਇਸ ਪ੍ਰਕਾਰ ਕਛਹਿਰਾ ਵਿਸਰਨ ਤੇ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਅਰਦਾਸ ਕਰਵਾਉਣੀ ਪੈਂਦੀ ਹੈ। ਕੇਸਾਂ ਦੀ ਬੇਅਦਬੀ ਹੋ ਜਾਣ ਤੇ ਸਿੱਖੀ ਵਿੱਚੋਂ ਹੀ ਪਤਿਤ ਹੋ ਜਾਂਦਾ ਹੈ। ਕੰਘਾ, ਕੜਾ ਅਤੇ ਕਿਰਪਾਨ, ਇਹਨਾਂ 3 ਕਕਾਰਾਂ ਵਿੱਚੋਂ ਜੇ ਕੋਈ ਕਕਾਰ ਵਿਸਰ ਜਾਵੇ ਤਾਂ ਜਲਦੀ ਤੋਂ ਜਲਦੀ ਵਿਸਰਿਆ ਕਕਾਰ ਧਾਰਨ ਕਰਨਾ। ਜਿਹੜੇ ਬਾਣੀ ਪੜ੍ਹਨਾ ਜਾਣਦੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰ ਲੈਣਾ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ 15-20 ਮਿੰਟ ਜਾਪ ਕਰਨਾ। ਅਰਦਾਸ ਕਰਕੇ ਉਪਰੰਤ ਕੁਝ ਛਕਣਾ ਛਕਾਉਣਾ। ਕੰਘਾ, ਕੜਾ ਤੇ ਕਿਰਪਾਨ ਇਹਨਾਂ 3 ਕਕਾਰਾਂ ਦੇ ਵਿਸਰ ਜਾਣ ਤੇ ਆਪ ਬਾਣੀ ਪੜ੍ਹ ਕੇ ਅਰਦਾਸ ਕਰਕੇ ਤੁਸੀਂ ਮਾਫੀ ਜਾਚਨਾ ਕਰ ਸਕਦੇ ਹੋ। ਪਰ ਸ਼ੌਂਕ ਵਾਸਤੇ ਕਦੇ ਵਾਸਤੇ ਇਹਨਾਂ ਕਕਾਰਾਂ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਨਹੀਂ ਸਾਧ ਸੰਗਤ ਜੀ ਵਿਸਾਰਨਾ। ਜਿਵੇਂ ਅੰਗ ਕੱਟੇ ਜਾਣ ਦਾ ਸਾਨੂੰ ਦੁੱਖ ਹੁੰਦਾ, ਮੰਨਦੇ ਹਾਂ ਦੁੱਖ ਹੈ ਕਿ ਅੰਗ ਸਰੀਰ ਦਾ ਇੱਕ ਹਿੱਸਾ ਹੈ, ਇਸੇ ਪ੍ਰਕਾਰ ਇਹ ਕਕਾਰ ਸਾਡੇ ਅੰਗ ਹਨ, ਸਰੀਰ ਦਾ ਹਿੱਸਾ ਮੰਨਣਾ। ਕਦੇ ਵਾਸਤੇ ਕਕਾਰਾਂ ਨੂੰ ਆਪਣੇ ਸਰੀਰ ਤੋਂ ਦੂਰ ਨਹੀਂ ਕਰਨਾ।